ਚਲੋ ਅੱਜ ਇੱਕ ਬਹੁਤ ਹੀ ਪੁਰਾਣੀ ਕਲਾਸਿਕ ਕਹਾਣੀ ਦੀ ਗੱਲ ਕਰਦੇ ਹਾਂ। ਉੱਪਰੋਂ ਦੇਖਣ ਨੂੰ ਤਾਂ ਇਹ ਇੱਕ ਪੰਸਾਰੀ ਤੇ ਉਸਦੇ ਪਾਲਤੂ ਤੋਤੇ ਦੀ ਕਹਾਣੀ ਲੱਗਦੀ ਹੈ, ਪਰ ਜੇ ਥੋੜਾ ਗੌਰ ਨਾਲ ਦੇਖੀਏ ਤਾਂ ਇਸ ਵਿੱਚ ਇੱਕ ਅਜਿਹਾ ਸਬਕ ਛੁਪਿਆ ਹੈ ਜੋ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਅੱਜ ਦੀ ਦੁਨੀਆ ਨੂੰ ਤੇ ਇੱਕ ਦੂਜੇ ਨੂੰ ਕਿਵੇਂ ਦੇਖਦੇ ਹਾਂ। ਸਵਾਲ ਇਹ ਹੈ ਕਿ ਇੱਕ ਪੰਛੀ ਜਿਸ ਨੇ ਬੋਲਣਾ ਹੀ ਛੱਡ ਦਿੱਤਾ ਹੋਵੇ, ਉਹ ਸਾਨੂੰ ਸਾਡੀਆਂ ਆਪਣੀਆਂ ਗਲਤ ਧਾਰਨਾਵਾਂ ਬਾਰੇ ਇੰਨਾ ਵੱਡਾ ਸੱਚ ਕਿਵੇਂ ਦੱਸ ਸਕਦਾ ਹੈ। ਇਹੀ ਉਹ ਗੱਲ ਹੈ ਜਿਸ ਨੂੰ ਅਸੀਂ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ। ਆਓ ਇਸ ਕਹਾਣੀ ਵਿੱਚ ਅੱਗੇ ਵਧਦੇ ਹਾਂ। ਤਾਂ ਸਾਡੀ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਅਜਿਹੇ ਰਿਸ਼ਤੇ ਤੋਂ ਜੋ ਦੇਖਣ ਵਿੱਚ ਬਿਲਕੁਲ ਸੰਪੂਰਨ ਸੀ। ਇੱਕ ਰੌਣਕ ਵਾਲੀ ਦੁਕਾਨ ਦੇ ਐਨ ਵਿਚਕਾਰ ਇੱਕ ਪੰਸਾਰੀ ਤੇ ਉਸਦੇ ਤੋਤੇ ਵਿਚਾਲੇ ਇੱਕ ਡੂੰਗੀ ਦੋਸਤੀ ਤੇ ਖੁਸ਼ੀ ਦਾ ਰਿਸ਼ਤਾ ਸੀ। ਵੈਸੇ ਇਹ ਕੋਈ ਮਾਮੂਲੀ ਤੋਤਾ ਨਹੀਂ ਸੀ। ਜ਼ਰਾ ਸੋਚੋ, ਇੱਕ ਹਰੇ ਰੰਗ ਦਾ ਖੂਬਸੂਰਤ ਪੰਛੀ ਜਿਸ ਦੀ ਆਵਾਜ਼ ਇੰਨੀ ਮਿੱਠੀ ਸੀ ਕਿ ਉਹ ਬਹੁਤ ਸੋਹਣੀਆਂ ਧੁਨਾਂ ਗਾਉਂਦਾ ਸੀ, ਤੇ ਹੈਰਾਨੀ ਦੀ ਗੱਲ ਇਹ ਕਿ ਬਹੁਤ ਸਾਫ਼-ਸਾਫ਼ ਗੱਲਾਂ ਵੀ ਕਰਦਾ ਸੀ। ਉਹ ਦੁਕਾਨ ਦੀ ਜਾਨ ਸੀ, ਗਾਹਕਾਂ ਦਾ ਖੂਬ ਮਨੋਰੰਜਨ ਕਰਦਾ ਤੇ ਉਸ ਨੂੰ ਦੇਖਣ ਲਈ ਭੀੜ ਲੱਗੀ ਰਹਿੰਦੀ ਸੀ। ਤੇ ਕਹਿਣ ਦੀ ਲੋੜ ਨਹੀਂ, ਪੰਸਾਰੀ ਦਾ ਕੰਮਕਾਰ ਵੀ ਉਸ ਦੀ ਵਜ੍ਹਾ ਨਾਲ ਖੂਬ ਚਮਕ ਰਿਹਾ ਸੀ। ਪਰ ਉਹਨਾਂ ਦਾ ਰਿਸ਼ਤਾ ਸਿਰਫ ਮਨੋਰੰਜਨ ਤੱਕ ਹੀ ਸੀਮਿਤ ਨਹੀਂ ਸੀ। ਤੋਤਾ ਇੱਕ ਬਹੁਤ ਵਫਾਦਾਰ ਸਾਥੀ ਸੀ ਅਤੇ ਦੁਕਾਨ ਦਾ ਇੱਕ ਭਰੋਸੇਮੰਦ ਰਾਖਾ ਵੀ। ਹਮੇਸ਼ਾ ਚੌਕਸ। ਪੰਸਾਰੀ ਨੂੰ ਉਸ ਤੇ ਪੂਰਾ ਯਕੀਨ ਸੀ, ਜਿਸ ਤੋਂ ਉਹਨਾਂ ਦੇ ਰਿਸ਼ਤੇ ਦੀ ਗਹਿਰਾਈ ਦਾ ਪਤਾ ਲੱਗਦਾ ਹੈ। ਪਰ ਜਿਵੇਂ ਕਹਿੰਦੇ ਨੇ, ਖੁਸ਼ੀ ਦੇ ਪਲ ਅਕਸਰ ਬਹੁਤ ਨਾਜ਼ੁਕ ਹੁੰਦੇ ਨੇ। ਤਾਂ ਹੁਣ ਅਸੀਂ ਕਹਾਣੀ ਦੇ ਉਸ ਮੋੜ ਤੇ ਪਹੁੰਚਦੇ ਹਾਂ ਜਿੱਥੇ ਇੱਕ ਛੋਟੀ ਜਿਹੀ ਘਟਨਾ, ਹਫੜਾ-ਦਫੜੀ ਦਾ ਇੱਕ ਪਲ, ਸਭ ਕੁਝ ਹਮੇਸ਼ਾ ਲਈ ਬਦਲ ਕੇ ਰੱਖ ਦੇਵੇਗਾ। ਮਾਹੌਲ ਕੁਝ ਇਸ ਤਰ੍ਹਾਂ ਦਾ ਸੀ। ਪੰਸਾਰੀ ਦੁਪਹਿਰ ਦੇ ਖਾਣੇ ਲਈ ਬਾਹਰ ਗਿਆ ਹੋਇਆ ਸੀ। ਦੁਕਾਨ ਵਿੱਚ ਪੂਰੀ ਸ਼ਾਂਤੀ ਸੀ ਤੇ ਅਚਾਨਕ ਇੱਕ ਬਿੱਲੀ ਚੂਹੇ ਦਾ ਪਿੱਛਾ ਕਰਦੀ ਹੋਈ ਦੁਕਾਨ ਵਿੱਚ ਆ ਵੜੀ। ਸਾਰੀ ਸ਼ਾਂਤੀ ਭੰਗ ਹੋ ਗਈ ਤੇ ਇੱਕਦਮ ਹਫੜਾ-ਦਫੜੀ ਮਚ ਗਈ। ਇਸ ਅਚਾਨਕ ਮਚੇ ਸ਼ੋਰ-ਸ਼ਰਾਬੇ ਤੋਂ ਡਰ ਕੇ ਤੋਤੇ ਨੇ ਉਹੀ ਕੀਤਾ ਜੋ ਉਸਨੂੰ ਸੁੱਝਿਆ। ਉਹ ਘਬਰਾਹਟ ਵਿੱਚ ਇੱਧਰ-ਉੱਧਰ ਉੱਡਣ ਲੱਗਾ। ਉਸ ਹਫੜਾ-ਦਫੜੀ ਤੋਂ ਬਚਣ ਲਈ ਕੋਈ ਸੁਰੱਖਿਅਤ ਥਾਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੇ ਉਸ ਦੀ ਸ਼ਾਂਤ ਦੁਨੀਆ ਵਿੱਚ ਖਲਬਲੀ ਮਚਾ ਦਿੱਤੀ ਸੀ। ਤੇ ਬਸ ਆਪਣੀ ਇਸੇ ਘਬਰਾਹਟ ਭਰੀ ਉਡਾਨ ਵਿੱਚ ਉਹ ਸਿੱਧਾ ਬਦਾਮ ਦੇ ਤੇਲ ਦੀਆਂ ਬੋਤਲਾਂ ਨਾਲ ਭਰੀ ਸ਼ੈਲਫ 'ਚ ਜਾ ਵੱਜਿਆ। ਸ਼ੀਸ਼ਾ ਟੁੱਟ ਗਿਆ ਤੇ ਸਾਰਾ ਕੀਮਤੀ ਤੇਲ ਫਰਸ਼ ਤੇ ਡੁੱਲ ਗਿਆ। ਜਦੋਂ ਪੰਸਾਰੀ ਵਾਪਸ ਆਇਆ ਤੇ ਉਸਨੇ ਇਹ ਸਾਰਾ ਨੁਕਸਾਨ ਦੇਖਿਆ ਤਾਂ ਗੁੱਸੇ ਨੇ ਉਸਨੂੰ ਅੰਨਾ ਕਰ ਦਿੱਤਾ। ਬਿਨਾਂ ਕੁਝ ਪੁੱਛੇ, ਬਿਨਾਂ ਸੋਚੇ ਸਮਝੇ ਉਸਨੇ ਮੰਨ ਲਿਆ ਕਿ ਇਹ ਸਭ ਤੋਤੇ ਦਾ ਹੀ ਕੀਤਾ ਧਰਿਆ ਹੈ, ਤੇ ਗੁੱਸੇ ਦੇ ਉਸੇ ਇੱਕ ਪਲ ਵਿੱਚ ਉਸਨੇ ਤੋਤੇ ਦੇ ਸਿਰ ਤੇ ਜ਼ੋਰ ਨਾਲ ਮਾਰਿਆ। ਨਤੀਜਾ ਬਹੁਤ ਭਿਆਨਕ ਨਿਕਲਿਆ। ਤੋਤੇ ਦੇ ਸਾਰੇ ਖੰਭ ਚੜ ਗਏ ਤੇ ਉਸ ਤੋਂ ਵੀ ਬੁਰਾ, ਉਸਦੀ ਆਵਾਜ਼ ਹੀ ਚਲੀ ਗਈ। ਪਰ ਜਿੰਨੀ ਤੇਜ਼ੀ ਨਾਲ ਗੁੱਸਾ ਆਇਆ ਸੀ, ਓਨੀ ਹੀ ਤੇਜ਼ੀ ਨਾਲੋਂ ਉਤਰ ਵੀ ਗਿਆ ਤੇ ਪਿੱਛੇ ਰਹਿ ਗਿਆ ਤਾਂ ਸਿਰਫ ਗਹਿਰਾ ਪਛਤਾਵਾ। ਉਸਨੂੰ ਅਹਿਸਾਸ ਹੋਇਆ ਕਿ ਉਸਨੇ ਨਾ ਸਿਰਫ ਆਪਣੇ ਸਭ ਤੋਂ ਚੰਗੇ ਦੋਸਤ ਨੂੰ ਸ਼ਾਰੀਰਿਕ ਸੱਟ ਮਾਰੀ ਸੀ, ਬਲਕਿ ਉਸਦੀ ਆਤਮਾ ਨੂੰ ਵੀ ਚੁੱਪ ਕਰਵਾ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਦੁਕਾਨ ਤੇ ਇੱਕ ਭਾਰੀ, ਉਦਾਸ ਚੁੱਪੀ ਛਾ ਗਈ। ਤੋਤੇ ਨੇ ਗਾਉਣਾ ਤਾਂ ਦੂਰ, ਬੋਲਣਾ ਵੀ ਬੰਦ ਕਰ ਦਿੱਤਾ। ਪੰਸਾਰੀ, ਜੋ ਹੁਣ ਪਛਤਾਵੇ ਦੀ ਅੱਗ ਵਿੱਚ ਸੜ ਰਿਹਾ ਸੀ, ਆਪਣੇ ਦੋਸਤ ਨੂੰ ਦੁਬਾਰਾ ਬੁਲਾਉਣ ਦੀ ਹਰ ਨਾਕਾਮ ਕੋਸ਼ਿਸ਼ ਕਰ ਰਿਹਾ ਸੀ। ਦਿਨ ਹਫ਼ਤਿਆਂ ਵਿੱਚ ਬਦਲ ਗਏ। ਪੰਸਾਰੀ ਨੇ ਮਾਫੀ ਦੀ ਉਮੀਦ ਵਿੱਚ ਗਰੀਬਾਂ ਨੂੰ ਦਾਨ ਪੁੰਨ ਕਰਨਾ ਵੀ ਸ਼ੁਰੂ ਕਰ ਦਿੱਤਾ। ਫਿਰ ਇੱਕ ਦਿਨ ਦੁਕਾਨ ਵਿੱਚ ਇੱਕ ਅਜਿਹਾ ਸ਼ਖਸ ਆਇਆ ਜਿਸ ਨੇ ਕਹਾਣੀ ਦਾ ਰੁੱਖ ਹੀ ਮੋੜ ਦਿੱਤਾ। ਇੱਕ ਦਰਵੇਸ਼ ਜਿਸ ਦਾ ਸਿਰ ਪੂਰੀ ਤਰ੍ਹਾਂ ਗੰਜਾ ਸੀ। ਉਸ ਦਰਵੇਸ਼ ਦੇ ਗੰਜੇ ਸਿਰ ਨੂੰ ਦੇਖ ਕੇ ਤੋਤੇ ਦੇ ਦਿਮਾਗ ਵਿੱਚ ਕੁਝ ਹੋਇਆ। ਇੰਨੀ ਲੰਬੀ ਚੁੱਪੀ ਤੋਂ ਬਾਅਦ ਉਹ ਆਖਿਰਕਾਰ ਬੋਲਿਆ। ਆਪਣੇ ਦਰਦਨਾਕ ਤਜਰਬੇ ਦੇ ਆਧਾਰ ਤੇ ਉਸਨੇ ਇਹ ਮੰਨ ਲਿਆ ਕਿ ਇਸ ਦਰਵੇਸ਼ ਨਾਲ ਵੀ ਉਹੀ ਹੋਇਆ ਹੋਵੇਗਾ ਜੋ ਉਸ ਨਾਲ ਹੋਇਆ ਸੀ। ਕਿ ਉਸਨੇ ਵੀ ਬਦਾਮ ਦਾ ਤੇਲ ਡੋਲ ਦਿੱਤਾ ਸੀ। ਤੋਤੇ ਦੇ ਇਹ ਮਾਸੂਮ ਸ਼ਬਦ ਜੋ ਉਸਦੇ ਆਪਣੇ ਦੁੱਖ ਵਿੱਚੋਂ ਨਿਕਲੇ ਸਨ, ਸੁਣ ਕੇ ਦੁਕਾਨ ਵਿੱਚ ਮੌਜੂਦ ਲੋਕ ਹੱਸ ਪਏ। ਪਰ ਉਸੇ ਭੀੜ ਵਿੱਚ ਇੱਕ ਸਿਆਣਾ ਗਾਹਕ ਵੀ ਸੀ ਜਿਸਨੇ ਇਸ ਮਜ਼ਾਕ ਦੇ ਪਿੱਛੇ ਛੁਪੇ ਇੱਕ ਬਹੁਤ ਹੀ ਡੂੰਘੇ ਸਬਕ ਨੂੰ ਪਛਾਣ ਲਿਆ। ਤੇ ਇਹੀ ਇਸ ਪੂਰੀ ਕਹਾਣੀ ਦਾ ਨਿਚੋੜ ਹੈ। ਤੋਤੇ ਨੇ ਵੀ ਉਹੀ ਗਲਤੀ ਕੀਤੀ ਜੋ ਉਸਨੇ ਮਾਲਿਕ ਨੇ ਕੀਤੀ ਸੀ। ਉਸਨੇ ਸਿਰਫ ਇੱਕ ਬਾਹਰੀ ਸਮਾਨਤਾ ਯਾਨੀ ਗੰਜੇਪਨ ਦੇ ਆਧਾਰ ਤੇ ਇੱਕ ਸਿੱਟਾ ਕੱਢ ਲਿਆ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦੋ ਹਾਲਾਤ ਭਾਵੇਂ ਦੇਖਣ ਨੂੰ ਬਿਲਕੁਲ ਇੱਕੋ ਜਿਹੇ ਲੱਗਣ, ਪਰ ਉਹਨਾਂ ਦੇ ਪਿੱਛੇ ਦੀਆਂ ਕਹਾਣੀਆਂ ਜ਼ਮੀਨ ਆਸਮਾਨ ਜਿੰਨੀਆਂ ਵੱਖਰੀਆਂ ਹੋ ਸਕਦੀਆਂ ਹਨ। ਤੇ ਇਸ ਤਰ੍ਹਾਂ ਇਹ ਕਹਾਣੀ ਸਾਨੂੰ ਇੱਕ ਅਜਿਹੇ ਸਵਾਲ ਨਾਲ ਛੱਡ ਜਾਂਦੀ ਹੈ ਜੋ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ। ਅਸੀਂ ਕਿੰਨੀ ਵਾਰ ਕਿਸੇ ਬਾਰੇ ਸਿਰਫ ਉਸਦੀ ਦਿੱਖ,
ਉਸਦੇ ਕੱਪੜਿਆਂ ਜਾਂ ਉਸਦੇ ਕਿਸੇ ਇੱਕ ਕੰਮ ਨੂੰ ਦੇਖ ਕੇ ਪੂਰੀ ਕਹਾਣੀ ਕੱਢ ਲੈਂਦੇ ਹਾਂ, ਬਿਨਾਂ ਇਹ ਜਾਣਨ ਦੀ ਕੋਸ਼ਿਸ਼ ਕੀਤਿਆਂ ਕਿ ਸੱਤਾ ਦੇ ਹੇਠਾਂ ਅਸਲ ਸੱਚਾਈ ਕੀ ਹੈ। ਇਹੀ ਉਹ ਡੂੰਘਾ ਸਬਕ ਹੈ ਜੋ ਤੋਤਾ ਅਤੇ ਪੰਸਾਰੀ ਸਾਨੂੰ ਸਿਖਾਉਂਦੇ ਹਨ।